ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸਾਹਿਤ ਦੇ ਰੂਪ ਇਕਾਂਗੀ ਬਾਰੇ ਚਰਚਾ ਕਰਨ ਜਾ ਰਹੇ ਹਾਂ। ਸੋ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਔਰ ਇਸ ਦੇ ਨਾਲ ਹੀ ਨਵੇਂ ਜੁੜੇ ਵਿਦਿਆਰਥੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਨੂੰ ਓਪਨ ਕਰਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਜੋ ਵੀਡੀਓ ਹਨ ਸਿਲੇਬਸ ਦੇ ਬਾਰੇ, ਉਹਨਾਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਇਕਾਂਗੀ ਦੀ ਭੂਮਿਕਾ ਜਾਂ ਮੁੱਢਲੀ ਜਾਣ ਪਛਾਣ ਵਜੋਂ ਕਿਹਾ ਜਾ ਸਕਦਾ ਹੈ ਕਿ ਇਕਾਂਗੀ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਹਰਮਨ ਪਿਆਰੀ ਵੰਨਗੀ ਹੈ ਜੋ ਨਾਟਕ ਵਰਗੀ ਹੈ। ਭਾਵ ਨਾਟਕ ਦਾ ਲਘੂ ਰੂਪ ਨਹੀਂ ਹੈ, ਸਗੋਂ ਨਾਟਕ ਵਰਗੀ ਹੈ। ਪਰ ਇੱਥੇ ਇਹ ਸਪਸ਼ਟ ਹੋਣਾ ਵੀ ਜ਼ਰੂਰੀ ਹੈ ਕਿ ਨਾਟਕ ਅਤੇ ਇਕਾਂਗੀ ਦੇ ਵਿੱਚ ਮੁੱਖ ਫਰਕ ਕੀ ਹੈ। ਅਸਲ ਦੇ ਵਿੱਚ ਨਾਟਕ ਦੇ ਵਿੱਚ ਜੀਵਨ ਦੀ ਸਮਗਰਤਾ ਨੂੰ ਜਾਂ ਜੀਵਨ ਦੇ ਹਰ ਪੱਖ ਨੂੰ ਜੋ ਹੈ ਪੂਰੀ ਭਰਪੂਰਤਾ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਭਾਵ ਨਾਟਕ ਦਾ ਘੇਰਾ ਜੋ ਹੈ ਉਹ ਬੜਾ ਵਿਸ਼ਾਲ ਹੁੰਦਾ ਹੈ। ਦੂਜੇ ਪਾਸੇ ਇਕਾਂਗੀ ਜੋ ਹੈ ਇਸ ਦਾ ਘੇਰਾ ਵਿਸ਼ਾਲ ਨਹੀਂ ਹੁੰਦਾ, ਇਹ ਜੀਵਨ ਦੇ ਕਿਸੇ ਇੱਕ ਪੱਖ ਨੂੰ ਜਾਂ ਇੱਕ ਅੰਗ ਨੂੰ ਪੇਸ਼ ਕਰਦੀ ਹੈ। ਸੋ ਅਰਥ ਜੋ ਹੈ ਇਕਾਂਗੀ ਦਾ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਇੱਕ ਅੰਗੀ, ਭਾਵ ਜਿਸ ਦੇ ਵਿੱਚ ਜੀਵਨ ਦੇ ਕਿਸੇ ਇੱਕ ਅੰਗ ਨੂੰ, ਇੱਕ ਪੱਖ ਨੂੰ, ਇੱਕ ਅੰਸ਼ ਨੂੰ ਪੇਸ਼ ਕੀਤਾ ਜਾਂਦਾ ਹੈ, ਉਸ ਸਾਹਿਤ ਰੂਪ ਨੂੰ ਇਕਾਂਗੀ ਕਿਹਾ ਜਾਂਦਾ ਹੈ। ਔਰ ਇਹ ਸਾਹਿਤ ਰੂਪ ਜੋ ਹੈ 20ਵੀਂ ਸਦੀ ਦੇ ਮੁੱਢ ਦੇ ਵਿੱਚ ਹੋਂਦ ਦੇ ਵਿੱਚ ਆਇਆ ਹੈ, ਕਿਉਂਕਿ ਵਿਗਿਆਨਕ ਉੱਨਤੀ ਨੇ ਮਨੁੱਖੀ ਜੀਵਨ ਦੇ ਵਿੱਚ ਜੋ ਰੁਝੇਵੇਂ ਵਧਾਏ ਹਨ, ਉਹਨਾਂ ਰੁਝੇਵਿਆਂ ਸਦਕਾ ਜੋ ਹੈ ਮਨੁੱਖ ਦੀਆਂ ਸਾਹਿਤਕ ਲੋੜਾਂ ਨੂੰ ਪੂਰਤ ਕਰਨ ਦੇ ਲਈ ਜੋ ਇਕਾਂਗੀ ਸਾਹਿਤ ਰੂਪ ਜੋ ਹੈ ਇਹ 20ਵੀਂ ਸਦੀ ਦੇ ਆਰੰਭ ਦੇ ਵਿੱਚ ਜੋ ਹੈ ਇਹ ਇੱਕ ਤਰ੍ਹਾਂ ਦੇ ਨਾਲ ਮਕਬੂਲਤਾ ਹਾਸਿਲ ਕਰ ਗਿਆ ਹੈ। ਕਿਉਂਕਿ ਸੰਸਕ੍ਰਿਤ ਸਾਹਿਤ ਦੇ ਵਿੱਚ ਵੀ ਇਕਾਂਗੀ ਰਚੇ ਜਾਂਦੇ ਰਹੇ ਹਨ, ਪਰ ਭਾਰਤ ਦੇ ਵਿੱਚ ਜੋ ਅਜੋਕਾ ਇਕਾਂਗੀ ਹੈ ਇਸ ਦਾ ਪੁਨਰ ਜਨਮ ਜੋ ਹੈ ਪੱਛਮੀ ਸਾਹਿਤ ਦੇ ਪ੍ਰਭਾਵ ਹੇਠਾਂ ਜੋ ਪਰਦਾ ਉਠਾਊ ਲਹਿਰ ਸੀ ਉਸ ਦੇ ਅਧੀਨ ਹੋਇਆ ਮੰਨਿਆ ਜਾਂਦਾ ਹੈ। ਕਿਉਂਕਿ ਪੱਛਮ ਦੇ ਵਿੱਚ ਜਦੋਂ ਨਾਟਕ ਖੇਡਣ ਤੋਂ ਪਹਿਲਾਂ ਦਰਸ਼ਕਾਂ ਨੂੰ ਜੋ ਹੈ ਨਾਟਕ ਦੇ ਨਾਲ ਜੋੜਨ ਦੇ ਲਈ ਜੀਵਨ ਦੀਆਂ ਜੋ ਝਲਕਾਂ ਅਸਲੋਂ ਹੀ ਛੋਟੇ ਰੂਪ ਦੇ ਵਿੱਚ ਦਿਖਾਈਆਂ ਜਾਂਦੀਆਂ ਸਨ, ਉਹਨਾਂ ਦਾ ਵਿਕਸਿਤ ਰੂਪ ਹੀ ਇਕਾਂਗੀ ਮੰਨਿਆ ਜਾਂਦਾ ਹੈ। ਕਿਉਂਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਜੋ ਪਰਦਾ ਉਠਾਊ ਝਾਕੀਆਂ ਦੇ ਨਾਲ ਜੋ ਪ੍ਰਯੋਗ ਕੀਤੇ ਗਏ, ਔਰ ਇਹ ਪ੍ਰਯੋਗ ਜੋ ਸਨ ਬੜੇ ਸਫਲ ਅਤੇ ਸੁਤੰਤਰ ਯਤਨ ਸਨ, ਜਿਨ੍ਹਾਂ ਸਦਕਾ ਹੀ ਇਕਾਂਗੀ ਸਾਹਿਤ ਰੂਪ ਹੋਂਦ ਦੇ ਵਿੱਚ ਆਇਆ। ਔਰ ਇਕਾਂਗੀ ਦੀਆਂ ਪਰਿਭਾਸ਼ਾਵਾਂ ਨਿਸ਼ਚਿਤ ਕਰਦੇ ਹੋਏ ਵੱਖ-ਵੱਖ ਵਿਦਵਾਨਾਂ ਨੇ ਜੋ ਆਪਣੇ ਵਿਚਾਰ ਦਿੱਤੇ ਹਨ, ਉਹਨਾਂ ਦੇ ਆਧਾਰ 'ਤੇ ਅਸੀਂ ਆਪਣੇ ਵਿਸ਼ੇ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ। JW ਮੈਰੀਅਟ ਅਨੁਸਾਰ ਇਕਾਂਗੀ ਦਾ ਮਾਧਿਅਮ ਗੱਦ ਜਾਂ ਵਾਰਤਕ ਵਿੱਚ ਵਾਰਤਾਲਾਪ ਅਤੇ ਛੰਦ ਦੀ ਵਿਰਲੀ ਵਰਤੋਂ ਹੋਣੀ ਚਾਹੀਦੀ ਹੈ। ਪੁਰਾਣੇ ਸ਼ਬਦ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ ਤਾਂ ਜੋ ਗੱਲਬਾਤ ਦੇ ਸਮਝਣ ਦੇ ਵਿੱਚ ਕਠਿਨਾਈ ਪੇਸ਼ ਨਾ ਆਵੇ। ਸੋ ਸਪਸ਼ਟ ਹੈ ਕਿ ਇਕਾਂਗੀ ਦੀ ਜੋ ਸ਼ਬਦ ਚੋਣ ਹੈ ਉਹ ਬਿਲਕੁਲ ਵਿਸ਼ੇ ਦੇ ਨਾਲ ਅਤੇ ਸਮੇਂ ਦੇ ਅਤੇ ਪਾਤਰ ਦੇ ਨਾਲ ਢੁਕਵੀਂ ਹੋਣੀ ਚਾਹੀਦੀ ਹੈ ਔਰ ਅਰਥ ਭਰਪੂਰ ਹੋਣੀ ਚਾਹੀਦੀ ਹੈ। ਨਿਰਾਰਥਕ ਸ਼ਬਦ ਇਸ ਦੇ ਵਿੱਚ ਨਹੀਂ ਹੋਣੇ ਚਾਹੀਦੇ। JA ਕੁਡਨ ਅਨੁਸਾਰ ਇਕਾਂਗੀ ਨਿੱਕੀ ਕਹਾਣੀ ਦਾ ਨਾਟਕੀ ਰੂਪ ਹੈ ਅਤੇ ਇੱਕ ਨਿੱਕੀ ਜਿਹੀ ਘਟਨਾ ਉੱਤੇ ਕੇਂਦਰਿਤ ਹੁੰਦਾ ਹੈ। ਇਸ ਵਿੱਚ ਆਮ ਕਰਕੇ 2 ਜਾਂ 3 ਪਾਤਰ ਹੁੰਦੇ ਹਨ ਅਤੇ ਇਸ ਦਾ ਵਿਸ਼ਾ ਅਤੇ ਮਨੋਰਥ ਦੇ ਪੱਖ ਤੋਂ ਘੇਰਾ ਜੋ ਹੈ ਬਹੁਤ ਹੀ ਵਿਸ਼ਾਲ ਨਹੀਂ ਹੁੰਦਾ। ਭਾਵ ਜੋ ਹੈ ਘੇਰੇ ਦੀ ਵਿਸ਼ਾਲਤਾ ਨਹੀਂ ਹੁੰਦੀ, ਘੇਰਾ ਇਸ ਦਾ ਬਹੁਤ ਹੀ ਸੀਮਿਤ ਖੇਤਰ ਤੱਕ ਫੈਲਿਆ ਹੁੰਦਾ ਹੈ। ਇਸ ਤੋਂ ਬਾਅਦ VP ਈਟਨ ਨੇ ਵੀ ਇਕਾਂਗੀ ਦੀ ਪਰਿਭਾਸ਼ਾ ਦਿੱਤੀ ਹੈ ਕਿ ਇਕਾਂਗੀ ਦੇ ਸਰੂਪ, ਸੁਭਾਅ ਅਤੇ ਮਾਧਿਅਮ ਦੀਆਂ ਸੀਮਾਵਾਂ ਕਰਕੇ ਇਕਾਂਗੀਕਾਰ ਨੂੰ ਕਿਸੇ ਇੱਕ ਪ੍ਰਸੰਗ ਜਾਂ ਸਥਿਤੀ ਤੱਕ ਹੀ ਆਪਣੇ ਆਪ ਨੂੰ ਸਮੇਟਣਾ ਹੁੰਦਾ ਹੈ। ਦੂਜੇ ਪਾਸੇ ਡਾਕਟਰ ਨਗੇਂਦਰ ਦੇ ਵਿਚਾਰ ਹਨ ਕਿ ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਜੀਵਨ ਦੇ ਵਿਸ਼ਾਲ ਵਿਸ਼ਲੇਸ਼ਣ ਦੀ ਥਾਂ ਜੀਵਨ ਦੇ ਕਿਸੇ ਇੱਕ ਪੱਖ ਅਤੇ ਇੱਕ ਮਹੱਤਵਪੂਰਨ ਘਟਨਾ ਦਾ ਚਿੱਤਰਣ ਹੁੰਦਾ ਹੈ। ਬਲਵੰਤ ਗਾਰਗੀ ਵੀ ਇਕਾਂਗੀ ਬਾਰੇ ਸਪਸ਼ਟ ਹਨ ਕਿ ਇਕਾਂਗੀ ਇੱਕੋ ਘਟਨਾ ਨੂੰ ਇੱਕ ਅਜਿਹੇ ਦ੍ਰਿਸ਼ਟੀਕੋਣ ਤੋਂ ਜਾਚਦਾ ਹੈ ਅਤੇ ਅਜਿਹੇ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਇੱਕ ਸਿਖਰ 'ਤੇ ਪੁੱਜ ਕੇ ਇੱਕ ਨਾਟਕੀ ਭਰਮ ਨਾਲ ਮੁੱਕ ਜਾਂਦਾ ਹੈ। ਸੋ ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਇਕਾਂਗੀ ਜੋ ਹੈ ਉਹ ਜੀਵਨ ਦੇ ਕਿਸੇ ਇੱਕ ਅੰਗ ਨੂੰ ਪੇਸ਼ ਕਰਦਾ ਹੈ। ਇਹ ਸਾਹਿਤ ਦਾ ਲਘੂ ਰੂਪ ਹੈ ਔਰ ਇਸ ਦਾ ਅਰਥ ਜੋ ਹੈ ਇੱਕ ਅੰਗ ਵਾਲੀ ਹੈ
ਭਾਵ ਜ਼ਿੰਦਗੀ ਦੇ ਕਿਸੇ ਇੱਕ ਅੰਗ ਉੱਤੇ ਆਪਣਾ ਫੋਕਸ ਰੱਖਦਾ ਹੈ ਇਕਾਂਗੀਕਾਰ। ਔਰ ਇਕਾਂਗੀ ਜੋ ਹੈ ਸਮੇਂ ਦੇ ਅਕਹਿਰੇ ਅਤੇ ਖੰਡਿਤ ਜੀਵਨ ਨੂੰ ਪੇਸ਼ ਕਰਨ ਵਾਲਾ ਜੋ ਹੈ ਸਫਲ ਨਾਟ ਰੂਪ ਹੈ। ਇਕਾਂਗੀ ਨਾਟ ਸਾਹਿਤ ਰੂਪ ਦੇ ਵਿੱਚ ਪਾਤਰ ਅਤੇ ਘਟਨਾਵਾਂ ਸੀਮਤ ਹੁੰਦੀਆਂ ਹਨ, ਕਿਉਂਕਿ ਗਾਰਗੀ ਨੇ ਪਾਤਰਾਂ ਦੀ ਸੰਖਿਆ ਜੋ ਹੈ ਉਹ ਘੱਟ ਤੋਂ ਘੱਟ 2 ਅਤੇ ਵੱਧ ਤੋਂ ਵੱਧ 4 ਮਿਥੀ ਹੈ। ਸੋ ਇਸ ਤਰ੍ਹਾਂ ਸਪਸ਼ਟ ਹੈ ਕਿ ਇਕਾਂਗੀ ਜੋ ਹੈ ਉਹ ਬਹੁਤ ਹੀ ਛੋਟਾ ਸਾਹਿਤ ਰੂਪ ਹੈ, ਬਹੁਤ ਥੋੜ੍ਹੇ ਪਾਤਰ ਹੁੰਦੇ ਹਨ। ਘਟਨਾ ਜਿਹੜੀ ਹੈ ਉਹ ਬੜੀ, ਉਸਦੀ ਚਾਲ ਬੜੀ ਤੇਜ਼ ਹੁੰਦੀ ਹੈ, ਇਕਾਗਰ ਚਿੱਤਤਾ ਹੁੰਦੀ ਹੈ ਇਸ ਦੇ ਵਿੱਚ। ਇਸ ਤੋਂ ਬਾਅਦ ਆ ਜਾਂਦੇ ਹਨ ਇਕਾਂਗੀ ਦੇ ਪ੍ਰਮੁੱਖ ਲੱਛਣ, ਕਿਉਂਕਿ ਡਾਕਟਰ ਰੋਸ਼ਨ ਲਾਲ ਅਹੂਜਾ ਲਿਖਦੇ ਹਨ ਕਿ ਇਕਾਂਗੀ ਦੇ ਪ੍ਰਮੁੱਖ ਲੱਛਣਾਂ ਦੇ ਵਿੱਚੋਂ ਪ੍ਰਭਾਵ ਦੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਇਕਾਗਰਤਾ ਅਤੇ ਸੰਖੇਪਤਾ ਵੀ ਮੁੱਢਲਾ ਲੱਛਣ ਹਨ ਇਕਾਂਗੀ ਦਾ। ਔਰ ਸਰਲਤਾ ਅਤੇ ਸਪਸ਼ਟਤਾ ਹੋਣੀ ਚਾਹੀਦੀ ਹੈ, ਭਾਵ ਜੋ ਵਿਸ਼ਾ ਲਿਆ ਗਿਆ ਹੈ ਉਹ ਬੜੀ ਸਰਲ ਅਤੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਹੋਣਾ ਚਾਹੀਦਾ ਹੈ। ਔਰ ਤੀਬਰਤਾ ਅਤੇ ਤੀਖਣਤਾ ਇਕਾਂਗੀ ਦਾ ਸਭ ਤੋਂ ਵੱਡਾ ਗੁਣ ਹੈ, ਕਿਉਂਕਿ ਇਸ ਦੇ ਵਿੱਚ ਨਿਰੰਤਰ ਘਟਨਾ ਦੀ ਜਿਹੜੀ ਗਤੀ ਹੈ ਉਹ ਬੜੀ ਤੀਬਰ ਅਤੇ ਤੀਖਣ ਹੋਣੀ ਚਾਹੀਦੀ ਹੈ, ਤਾਂ ਜੋ ਸਰੋਤਾ ਹੈ, ਜੋ ਦਰਸ਼ਕ ਹੈ, ਉਸ ਦੇ ਉੱਤੇ ਉਸਦਾ ਵਜਵਾਂ ਪ੍ਰਭਾਵ ਪੈ ਸਕੇ। ਮੈਰੀਅਟ ਨੇ ਵੀ ਲਿਖਿਆ ਹੈ ਕਿ ਇਕਾਂਗੀ ਵਿੱਚ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਜੋ ਹੈ ਉਸਦਾ ਹੋਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਇਕਾਂਗੀ ਜੋ ਹੈ ਜੀਵਨ ਦੇ ਇੱਕ ਪੱਖ ਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਸਨੇ ਬਿਆਨ ਕਰਨਾ ਹੁੰਦਾ ਹੈ। ਸੋ ਉਸ ਦੇ ਵਿੱਚ ਜੋ ਹੈ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਇਕਾਂਗੀ ਦੇ ਤੱਤ ਆ ਜਾਂਦੇ ਹਨ। ਇਕਾਂਗੀ ਦੇ ਜੋ ਤੱਤ ਹਨ ਉਹਨਾਂ ਦੇ ਵਿੱਚ ਵਿਸ਼ਾ ਵਸਤੂ, ਪਲਾਟ, ਗੋਂਦ, ਰੰਗਮੰਚ, ਭਾਸ਼ਾ ਸ਼ੈਲੀ, ਉਦੇਸ਼ ਅਤੇ ਵਾਤਾਵਰਨ, ਜੋ ਕਿ ਸਾਰੇ ਹੀ ਉਹ ਪ੍ਰਮੁੱਖ ਤੱਤ ਹਨ ਜੋ ਨਾਵਲ ਵਿੱਚ ਵੀ ਹਨ, ਨਾਟਕ ਵਿੱਚ ਵੀ ਹਨ, ਕਹਾਣੀ ਵਿੱਚ ਵੀ ਹਨ। ਭਾਵ ਕੋਈ ਵੀ ਸਾਹਿਤਕ ਵਿਧਾ ਜਿਸ ਦਾ ਆਧਾਰ ਕਹਾਣੀ ਹੁੰਦੀ ਹੈ ਉਸ ਦੇ ਵਿੱਚ ਇਹਨਾਂ ਸਾਰੇ ਤੱਤਾਂ ਦਾ ਜੋ ਸਮਾਵੇਸ਼ ਹੈ ਉਹ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਤੱਤ ਹੀ ਹਨ ਜਿਨ੍ਹਾਂ ਦੇ ਸਦਕਾ ਕੋਈ ਵੀ ਸਾਹਿਤਕ ਵਿਧਾ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ। ਸੋ ਸਭ ਤੋਂ ਪਹਿਲਾਂ ਆ ਜਾਂਦਾ ਹੈ ਇਕਾਂਗੀ ਦਾ ਵਿਸ਼ਾ ਜੋ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਿਉਂਕਿ ਵਿਸ਼ੇ ਪੱਖੋਂ ਇਕਾਂਗੀ ਕਾਰ ਨੂੰ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਵਿਸ਼ਾ ਵਸਤੂ ਅਤੇ ਦ੍ਰਿਸ਼ਟੀਕੋਣ ਇਕਾਂਗੀ ਦੇ ਮਹੱਤਵਪੂਰਨ ਤੱਤ ਹਨ। ਅਸਲ ਦੇ ਵਿੱਚ ਇਕਾਂਗੀਕਾਰ ਆਪਣੇ ਚੌਗਿਰਦੇ ਵਿੱਚੋਂ ਜਾਂ ਕਿਸੇ ਵੀ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਆਰਥਿਕ ਜਾਂ ਇਤਿਹਾਸਕ ਘਟਨਾ ਜੋ ਕਿ ਉਸਦੇ ਆਲੇ ਦੁਆਲੇ ਵਿੱਚ ਵਾਪਰੀ ਹੁੰਦੀ ਹੈ ਜਾਂ ਪਹਿਲਾਂ ਵਾਪਰ ਚੁੱਕੀ ਹੁੰਦੀ ਹੈ, ਉਸ ਨੂੰ ਜੋ ਹੈ ਇਕਾਂਗੀ ਦੀ ਰਚਨਾ ਦੇ ਵਿੱਚ ਇਸ ਢੰਗ ਦੇ ਨਾਲ ਪੇਸ਼ ਕਰਦਾ ਹੈ ਕਿ ਘਟਨਾ ਨੂੰ ਪੇਸ਼ ਕਰਨ ਦਾ ਦ੍ਰਿਸ਼ਟੀਕੋਣ ਉਸਦਾ ਭਾਵੇਂ ਨਿੱਜੀ ਹੁੰਦਾ ਹੈ, ਪਰ ਇਸ ਵਿੱਚ ਹੀ ਵਿਸ਼ੇ ਦੀ ਸਫਲਤਾ ਵੀ ਛੁਪੀ ਹੋਈ ਹੁੰਦੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਲਾਟ ਜਾਂ ਗੋਂਦ, ਕਿਉਂਕਿ ਕੋਈ ਵੀ ਜੋ ਇਕਾਂਗੀ ਹੈ, ਇਕਾਂਗੀ ਹੀ ਨਹੀਂ, ਕੋਈ ਵੀ ਸਾਹਿਤ ਰਚਨਾ ਅਸੀਂ ਕਹਿ ਸਕਦੇ ਹਾਂ, ਕੋਈ ਵੀ ਸਾਹਿਤਕ ਰੂਪ ਜਾਂ ਵਿਧਾ ਅਸੀਂ ਕਹਿ ਸਕਦੇ ਹਾਂ, ਭਾਵੇਂ ਉਹ ਨਾਵਲ ਹੋਵੇ, ਨਾਟਕ ਹੋਵੇ, ਇਕਾਂਗੀ ਹੋਵੇ, ਉਸ ਦੇ ਵਿੱਚ ਗੋਂਦ ਦਾ ਜੋ ਹੈ ਉਹ ਪੀਡਾ ਹੋਣਾ ਔਰ ਗੁੰਦਵਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਗੋਂਦ ਇਕਾਂਗੀ ਦੀ ਜਿੰਦ ਜਾਨ ਹੁੰਦੀ ਹੈ, ਕਿਉਂਕਿ ਗੋਂਦ ਨੇ ਹੀ ਇਸ ਨੂੰ ਬੰਨ੍ਹ ਕੇ ਰੱਖਣਾ ਹੁੰਦਾ ਹੈ ਪਾਠਕ ਨੂੰ ਔਰ ਘਟਨਾਵਾਂ ਦੀਆਂ ਲੜੀਆਂ ਨੂੰ। ਜੇਕਰ ਘਟਨਾਵਾਂ ਦੀਆਂ ਲੜੀਆਂ ਜਿਹੜੀਆਂ ਨੇ ਉਹ ਤਰਤੀਬਵਾਰ ਹਨ, ਆਪਸ ਦੇ ਵਿੱਚ ਬੱਝੀਆਂ ਹੋਈਆਂ ਹਨ, ਇੱਕਜੁੱਟ ਹਨ, ਅਤੇ ਉਹ ਸਾਹਿਤ ਰੂਪ ਜਿਹੜਾ ਹੈ ਪਾਠਕਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਸਫਲ ਰਹੇਗਾ। ਇਸ ਲਈ ਦੇ ਲਈ ਜੋ ਹੈ ਇਕਾਂਗੀਕਾਰ ਨੂੰ ਇਹਨਾਂ ਜੋ ਨੁਕਤਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਇਸ ਦੇ ਵਿੱਚ ਘਟਨਾ ਦੀ ਜਿਹੜੀ ਚਾਲ ਹੈ ਉਹ ਮੱਧਮ ਨਹੀਂ ਹੋਣੀ ਚਾਹੀਦੀ। ਇਕਾਂਗੀ ਜਦੋਂ ਸਿਖਰ 'ਤੇ ਪੁੱਜਦਾ ਹੈ ਤਾਂ ਉਸ ਇੱਕ ਤਰ੍ਹਾਂ ਦੇ ਨਾਲ ਦਰਸ਼ਕਾਂ ਦੇ ਜੋ ਹਿਰਦੇ ਹਨ ਉਹਨਾਂ ਦੇ ਵਿੱਚ ਇੱਕ ਬਿਜਲੀ ਦੀ ਤਰੰਗ ਜਿਹੀ ਚਕਾਚੌਂਧ ਪੈਦਾ ਕਰੇ ਅਤੇ ਇੱਕਦਮ ਸਮਾਪਤ ਹੋ ਜਾਵੇ, ਅਤੇ ਇਸ ਤੋਂ ਬਾਅਦ ਉਸਦਾ ਅੰਤ ਜਿਹੜਾ ਬੜਾ ਸੁਝਾਊ ਜਾਂ ਰਮਜ਼ੀਆ ਹੋਣਾ ਚਾਹੀਦਾ ਹੈ। ਭਾਵ ਪਾਠਕ ਜਿਹੜਾ ਹੈ ਇਕਾਂਗੀ ਨੂੰ ਵੇਖਣ ਤੋਂ ਬਾਅਦ ਉਸ ਵਿਸ਼ੇ ਦੇ ਪ੍ਰਤੀ, ਉਸ ਘਟਨਾ ਦੇ ਪ੍ਰਤੀ ਸੋਚਣ ਦੇ ਲਈ, ਚਿੰਤਨ ਮਨਨ ਕਰਨ ਦੇ ਲਈ ਮਜਬੂਰ ਹੋ ਜਾਵੇ। ਇਸ ਤੋਂ ਬਾਅਦ ਆ ਜਾਂਦਾ ਹੈ ਰੰਗਮੰਚ, ਕਿਉਂਕਿ ਰੰਗਮੰਚ ਜੋ ਹੈ ਉਹ ਕਿਸੇ ਵੀ ਜੋ ਨਾਟਕੀ ਕਿਰਤ ਹੈ, ਭਾਵੇਂ ਉਹ ਨਾਟਕ ਹੈ, ਭਾਵੇਂ ਇਕਾਂਗੀ ਹੈ, ਉਹ ਉਸਦੀ ਮੁੱਢਲੀ ਜੋ ਲੋੜ ਹੁੰਦੀ ਹੈ, ਕਿਉਂਕਿ ਰੰਗਮੰਚ ਤੋਂ ਬਿਨਾਂ, ਸਟੇਜ ਤੋਂ ਬਿਨਾਂ ਨਾਟਕ ਜਾਂ ਇਕਾਂਗੀ ਦਾ ਮੰਚਨ ਸੰਭਵ ਹੀ ਨਹੀਂ ਹੈ। ਸੋ ਰੰਗਮੰਚ ਦੀ ਦ੍ਰਿਸ਼ਟੀ ਤੋਂ ਇਕਾਂਗੀਕਾਰ ਜੋ ਹੈ
ਉਸ ਨੂੰ ਰੰਗਮੰਚ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਕਾਂਗੀ ਦੀ ਸਿਰਜਣਾ ਕਰਨੀ ਹੁੰਦੀ ਹੈ, ਕਿਉਂਕਿ ਇਕਾਂਗੀ ਅਸਲ ਦੇ ਵਿੱਚ ਜਾਂ ਇਕਾਂਗੀ ਜਾਂ ਨਾਟਕ ਜੋ ਹੈ ਉਹ ਹੈ ਹੀ ਵੇਖਣਯੋਗ ਜਾਂ ਮਾਣਨਯੋਗ ਜਾਂ ਖੇਡਣਯੋਗ ਰਚਨਾਵਾਂ ਹਨ। ਇਹ ਸਿਰਫ ਪੜ੍ਹਨ ਤੱਕ ਹੀ ਸੀਮਤ ਨਹੀਂ, ਭਾਵ ਇਹ ਪਾਠਕਾਂ ਦੇ ਸਿਰਫ ਦਿਲ ਪਰਚਾਵੇ ਲਈ ਹੀ ਨਹੀਂ ਹੁੰਦੀਆਂ, ਇਹਨਾਂ ਦਾ ਕੋਈ ਖਾਸ ਮਕਸਦ ਹੁੰਦਾ ਹੈ ਔਰ ਉਸ ਮਕਸਦ ਦੀ ਪੂਰਤੀ ਜਿਹੜੀ ਹੈ ਰੰਗਮੰਚ ਦੁਆਰਾ ਹੀ ਸੰਭਵ ਹੁੰਦੀ ਹੈ। ਸੋ ਇਕਾਂਗੀਕਾਰ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ ਕਿ ਜੋ ਵੀ ਉਹ ਇਕਾਂਗੀ ਪੇਸ਼ ਕਰਨ ਜਾ ਰਿਹਾ ਹੈ ਕਿ ਉਹ ਰੰਗਮੰਚੀ ਲੋੜਾਂ ਦੇ ਉੱਤੇ ਪੂਰੀ ਉਤਰਦੀ ਹੈ, ਕਿਉਂਕਿ ਪਾਤਰ ਜਿਹੜੇ ਹਨ ਇਸ ਦੇ ਵਿੱਚ ਘੱਟ ਤੋਂ ਘੱਟ ਹੁੰਦੇ ਹਨ। ਜਿਵੇਂ ਕਿ ਪਹਿਲਾਂ ਦੱਸਿਆ ਹੈ 2 ਜਾਂ 4 ਪਾਤਰ ਹੁੰਦੇ ਹਨ ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨਾ ਹੁੰਦਾ ਹੈ। ਸੋ ਇਹ ਸਾਰੀਆਂ ਮੁੱਢਲੀਆਂ ਲੋੜਾਂ ਹਨ ਇਕਾਂਗੀ ਦੀਆਂ। ਰੰਗਮੰਚ ਦੀ ਦ੍ਰਿਸ਼ਟੀ ਤੋਂ ਜਿਹੜਾ ਇਕਾਂਗੀ ਲਿਖਿਆ ਜਾਂਦਾ ਹੈ ਉਹੀ ਸਫਲ ਇਕਾਂਗੀ ਦਾ ਦਰਜਾ ਅਖਤਿਆਰ ਕਰ ਸਕਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਭਾਸ਼ਾ ਸ਼ੈਲੀ, ਕਿਉਂਕਿ ਇਕਾਂਗੀ ਦੇ ਵਿੱਚ ਜੋ ਹੈ ਘਟਨਾਵਾਂ ਦਾ ਇਕਹਿਰਾਪਣ ਹੋਣਾ ਇਸ ਦਾ ਵਿਸ਼ੇਸ਼ ਲੱਛਣ ਹੈ ਔਰ ਇਕਾਂਗੀਕਾਰ ਦੀ ਜਿਹੜੀ ਹੈ ਹਰ ਸ਼ਬਦ ਜਿਹੜਾ ਹੈ ਉਹ ਬੜਾ ਸੁਲਝਿਆ ਹੋਇਆ ਹੋਣਾ ਚਾਹੀਦਾ ਹੈ, ਅਰਥ ਭਰਪੂਰ ਹੋਣਾ ਚਾਹੀਦਾ ਹੈ, ਕਿਉਂਕਿ ਅਰਥਹੀਨ ਸ਼ਬਦ ਜਿਹੜੇ ਨੇ ਉਹ ਇਕਾਂਗੀ ਦੇ ਪ੍ਰਭਾਵ ਨੂੰ ਮੱਠਿਆਂ ਕਰ ਦਿੰਦੇ ਨੇ। ਕਿਉਂਕਿ ਇਕਾਂਗੀ ਦੇ ਵਿੱਚ ਕੋਈ ਦਰਸ਼ਨ ਜਾਂ ਫਲਸਫਾ ਨਹੀਂ ਹੋਣਾ, ਕਿਉਂਕਿ ਜੀਵਨ ਦੀ ਇੱਕ ਝਲਕ ਹੈ ਔਰ ਉਸਨੂੰ ਵੀ ਬੜੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਬੜੇ ਰਮਜ਼ੀਆ ਅੰਦਾਜ਼ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਸੋ ਇਕਾਂਗੀਕਾਰ ਦੀ ਸ਼ਬਦ ਚੋਣ ਜਿਹੜੀ ਹੈ ਉਹ ਬਿਲਕੁਲ ਸਟੀਕ ਹੋਣੀ ਚਾਹੀਦੀ ਹੈ, ਵਿਸ਼ੇ ਦੇ ਨਾਲ ਸਿੱਧੀ ਸੰਬੰਧਿਤ ਹੋਣੀ ਚਾਹੀਦੀ ਹੈ ਅਤੇ ਇਕਾਂਗੀ ਵਿੱਚ ਹਰ ਸ਼ਬਦ ਜਾਂ ਹਰ ਤੱਤ ਘੜੀ ਦੇ ਪੁਰਜਿਆਂ ਵਾਂਗ ਇਸ ਤਰ੍ਹਾਂ ਜੜਿਆ ਹੋਣਾ ਚਾਹੀਦਾ ਹੈ ਕਿ ਉਹ ਜੋ ਇਕਾਂਗੀ ਦੀ ਗਤੀ ਹੈ ਉਸ ਨੂੰ ਤਿੱਖਾ ਕਰਨ ਦੇ ਵਿੱਚ ਸਹਾਇਕ ਸਿੱਧ ਹੋ ਸਕੇ। ਜਿਸ ਤਰ੍ਹਾਂ ਜ਼ਿੰਦਗੀ ਜਿਉਣ ਦੇ ਲਈ ਭਾਵ ਮਨੁੱਖ ਦੇ ਸਰੀਰ ਦੇ ਵਿੱਚ ਲਹੂ ਦਾ ਹੋਣਾ ਜ਼ਰੂਰੀ ਹੈ, ਸੋ ਇਸੇ ਤਰ੍ਹਾਂ ਇਕਾਂਗੀ ਦੇ ਵਿੱਚ ਜੋ ਹੈ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਨ ਦੇ ਲਈ ਇਸ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਸਟੀਕ ਸ਼ਬਦਾਂ ਦੇ ਵਿੱਚ ਪੇਸ਼ ਕਰਨਾ ਬੇਹੱਦ ਜ਼ਰੂਰੀ ਹੈ, ਭਾਵ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤਾ ਕਹਿਣ ਦੀ ਸਮਰੱਥਾ ਇਕਾਂਗੀਕਾਰ ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਜੋ ਉਦੇਸ਼ ਹੈ ਇਸ ਦਾ, ਕਿਉਂਕਿ ਕੋਈ ਵੀ ਸਾਹਿਤਕ ਰਚਨਾ ਜੋ ਹੁੰਦੀ ਹੈ ਉਸ ਦਾ ਕੋਈ ਨਾ ਕੋਈ ਮੁੱਖ ਉਦੇਸ਼ ਜ਼ਰੂਰ ਹੁੰਦਾ ਹੈ ਔਰ ਇਕਾਂਗੀਕਾਰ ਦਾ ਜੋ ਉਦੇਸ਼ ਹੈ ਉਹ ਬਿਲਕੁਲ ਇਹਨਾਂ ਸਾਰੇ ਤੱਤਾਂ ਦੇ ਰਾਹੀਂ ਜੋ ਹੈ ਉਸਨੂੰ ਸਫਲਤਾ ਸਹਿਤ ਇਸ ਨੂੰ ਪੂਰਨ ਕਰਨ ਦਾ ਹੀ ਉਸਦਾ ਮਕਸਦ ਹੁੰਦਾ ਹੈ। ਔਰ ਭਾਵੇਂ ਉਹ ਵਾਰਤਾਲਾਪ ਹੈ, ਭਾਵੇਂ ਉਸ ਨੂੰ ਮੰਚ ਉੱਤੇ ਪੇਸ਼ ਕਰਨ ਦਾ ਢੰਗ ਹੈ ਜਾਂ ਉਸਦੀ ਬੋਲੀ ਹੈ, ਸ਼ੈਲੀ ਹੈ, ਸ਼ਬਦਾਵਲੀ ਹੈ, ਇਹ ਸਾਰੇ ਇਕਾਗਰ ਜਾਂ ਇਕਮੁੱਠ ਹੋ ਕੇ ਹੀ ਇਕਾਂਗੀਕਾਰ ਦੇ ਉਦੇਸ਼ ਨੂੰ ਸਫਲ ਕਰਨ ਦੇ ਵਿੱਚ ਸਹਾਈ ਸਿੱਧ ਹੁੰਦੇ ਹਨ। ਸੋ ਉਦੇਸ਼ ਪੱਖੋਂ ਵੀ ਇਕਾਂਗੀ ਦਾ ਜੋ ਹੈ ਉਹ ਸਫਲ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਿਸ ਮਕਸਦ ਦੇ ਲਈ ਜਿਸ ਘਟਨਾ ਨੂੰ ਇਕਾਂਗੀਕਾਰ ਨੇ ਵਿਸ਼ੇ ਵਜੋਂ ਚੁਣਿਆ ਹੈ ਕਿ ਉਹ ਉਸ ਦੇ ਪ੍ਰਭਾਵ ਨੂੰ ਪਾਠਕਾਂ ਤੱਕ ਪਹੁੰਚਾਉਣ ਦੇ ਲਈ ਜਾਂ ਸਰੋਤਿਆਂ ਨੂੰ ਜੋ ਹੈ ਝੰਜੋੜਨ ਦੇ ਲਈ ਸਫਲ ਹੋ ਸਕਿਆ ਹੈ, ਤਾਂ ਉਸ ਇਕਾਂਗੀ ਨੂੰ ਅਸੀਂ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਹੈ ਵਾਤਾਵਰਣ, ਕਿਉਂਕਿ ਇਕਾਂਗੀਕਾਰ ਨੇ ਜਿਸ ਘਟਨਾ ਨੂੰ ਇਕਾਂਗੀ ਦਾ ਵਿਸ਼ਾ ਬਣਾਇਆ ਹੈ ਕਿ ਉਹ ਘਟਨਾ ਦਾ ਜੋ ਵਾਤਾਵਰਣ ਹੈ ਜਾਂ ਦੇਸ਼ ਕਾਲ ਹੈ ਜਿਸ ਦੇ ਨਾਲ ਉਹ ਸੰਬੰਧਿਤ ਹੈ ਉਸ ਦੀ ਵੀ ਪੇਸ਼ਕਾਰੀ ਇਕਾਂਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੁੱਢਲੀ ਇਸ ਦੀ ਜੋ ਲੋੜ ਹੈ ਰੰਗਮੰਚ ਦੇ ਉੱਤੇ ਪੇਸ਼ ਕਰਨਾ। ਸੋ ਉਹ ਜਿਹਾ ਵਾਤਾਵਰਣ ਜੋ ਹੈ ਇਕਾਂਗੀ ਦੇ ਵਿੱਚ ਹੋਣਾ ਬੇਹੱਦ ਜ਼ਰੂਰੀ ਹੈ। ਸੋ ਜੇਕਰ ਅਸੀਂ ਸਿੱਟੇ ਵਜੋਂ ਜਾਂ ਨਿਚੋੜ ਵਜੋਂ ਕਹੀਏ ਤਾਂ ਇਕਾਂਗੀ ਜਿਹੜੀ ਹੈ ਉਸਦੀ ਬਣਤਰ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਘਟਨਾ ਦੀ ਗੋਂਦ, ਉਸਦਾ ਤਿੱਖਾਪਨ, ਘਟਨਾਵਾਂ ਵਿਚਲਾ ਰਸ, ਵਾਰਤਾਲਾਪ ਦਾ ਢੁਕਵਾਂ ਅਤੇ ਸਟੀਕ ਹੋਣਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਹੀ ਇਕਾਂਗੀ ਨੂੰ ਸਫਲ ਬਣਾਉਣ ਦੇ ਵਿੱਚ ਸਹਾਈ ਹੁੰਦੀਆਂ ਹਨ। ਸੋ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਇਕਾਂਗੀ ਅਜੋਕੇ ਜੋ ਜੀਵਨ ਹੈ, ਅਜੋਕਾ ਜੋ ਮਾਨਵੀ ਜੀਵਨ ਹੈ ਉਸ ਨੂੰ ਜੋ ਹੈ ਬਹੁਤ ਹੀ ਸਟੀਕ ਸ਼ਬਦਾਂ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਪੇਸ਼ ਕਰਨ ਦਾ ਇੱਕ ਯਤਨ ਹੁੰਦਾ ਹੈ, ਜਿਸ ਦੇ ਵਿੱਚ ਜੇਕਰ ਲੇਖਕ ਸਫਲ ਹੋ ਗਿਆ ਤਾਂ ਉਹ ਇਕਾਂਗੀ ਜੋ ਹੈ ਉਹ ਪਾਠਕਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਵੀ ਸਫਲ ਰਹੇਗਾ।
ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਕਾਂਗੀ ਆਧੁਨਿਕ ਪੰਜਾਬੀ ਸਾਹਿਤ ਦਾ ਇੱਕ ਹਰਮਨ ਪਿਆਰਾ ਕਾਵਿ ਰੂਪ ਹੈ। ਉਮੀਦ ਹੈ ਕਿ ਇਕਾਂਗੀ ਦੇ ਬਾਰੇ ਵਿਦਿਆਰਥੀਆਂ ਨੂੰ ਪੂਰੀ ਸਪਸ਼ਟਤਾ ਦੇ ਨਾਲ, ਪੂਰੀ ਸਰਲਤਾ ਦੇ ਨਾਲ ਇਹ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ। ਫਿਰ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕੁਆਇਰੀ ਮਨ ਦੇ ਵਿੱਚ ਹੋਵੇ ਤਾਂ ਤੁਸੀਂ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਔਰ ਇਹ ਵੀਡੀਓ ਅਗਰ ਤੁਹਾਨੂੰ ਪਸੰਦ ਆਇਆ ਹੈ ਤਾਂ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਨਾਲ ਅੱਗੇ ਸਾਂਝਾ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਤਾਂ ਜੋ ਹੋਰ ਵੀ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਜੋ ਲੋੜਾਂ ਹਨ ਉਹਨਾਂ ਦੀ ਪੂਰਤੀ ਕਰ ਸਕਣ। ਔਰ ਇਹ ਚੈਨਲ ਵਿਦਿਆਰਥੀ ਵਰਗ ਦੇ ਵਿਕਾਸ ਦੇ ਲਈ ਆਪਣਾ ਜੋ ਇਸ ਦਾ ਮੁੱਖ ਉਦੇਸ਼ ਹੈ, ਵਿਦਿਆਰਥੀ ਵਰਗ ਦੇ ਵਿਕਾਸ ਦੇ ਵਿੱਚ ਮੁੱਢਲਾ ਯੋਗਦਾਨ ਪਾਉਣਾ, ਉਸ ਦੇ ਵਿੱਚ ਸਫਲ ਹੋ ਸਕੇ। ਸੋ ਸੁਣਦੇ ਰਹਿਣਾ ਇਸ ਚੈਨਲ ਨੂੰ, ਸ਼ੇਅਰ ਕਰਦੇ ਰਹਿਣਾ, ਲਾਈਕ ਕਰਦੇ ਰਹਿਣਾ, ਔਰ ਨਾਲ ਦੀ ਨਾਲ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਇਸ ਦੇ ਉੱਤੇ ਜਾਰੀ ਕੀਤੀਆਂ ਗਈਆਂ ਪਿਛਲੀਆਂ ਵੀਡੀਓਜ਼ 'ਤੇ ਵੀ ਝਾਤੀ ਮਾਰਦੇ ਰਹਿਣਾ, ਤਾਂ ਜੋ ਤੁਹਾਨੂੰ ਆਪਣੀ ਕਲਾਸ ਦੇ ਸਿਲੇਬਸ ਦੇ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ। ਸੋ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।